प्यारे विद्यार्थियों सत श्री अकाल। मैं मनजीत लाजमी पंजाबी श्रेणी 11ਵੀਂ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਤੁਸੀਂ ਲੋਕ ਗੀਤ ਸੁਣਿਆ ਹੈ ਔਰ ਇਸ ਨੂੰ ਸੁਣ ਕੇ ਤੁਹਾਨੂੰ ਇਹ ਅੰਦਾਜ਼ਾ ਜ਼ਰੂਰ ਹੋ ਗਿਆ ਹੋਵੇਗਾ ਕਿ ਅੱਜ ਅਸੀਂ ਕੀ ਕਰਨ ਜਾ ਰਹੇ ਹਾਂ। ਬਿਲਕੁਲ ਸਹੀ ਅੰਦਾਜ਼ਾ ਲਗਾਇਆ ਤੁਸੀਂ। ਅੱਜ ਅਸੀਂ ਕਰਨ ਜਾ ਰਹੇ ਹਾਂ ਘੋੜੀਆਂ। ਘੋੜੀਆਂ ਇੱਕ ਲੋਕ ਗੀਤ ਹੈ ਜੋ ਸਾਡੇ ਸੱਭਿਆਚਾਰ ਦਾ ਇੱਕ ਨਿਖੜਵਾਂ ਅੰਗ ਹੈ। ਜਿਵੇਂ ਕੁੜੀ ਦੇ ਵਿਆਹ ਦੇ ਵਿੱਚ ਸੁਹਾਗ ਗਾਏ ਜਾਂਦੇ ਨੇ, ਉਸੇ ਤਰ੍ਹਾਂ ਮੁੰਡੇ ਦੇ ਵਿਆਹ ਵੇਲੇ ਘੋੜੀਆਂ ਗਾਈਆਂ ਜਾਂਦੀਆਂ ਨੇ। ਘੋੜੀਆਂ ਦੇ ਵਿੱਚ ਮੁੰਡੇ ਦੇ ਖਾਨਦਾਨ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਮੁੰਡੇ ਦੀ ਜਿਹੜੀ ਸਿਫਤ ਕੀਤੀ ਜਾਂਦੀ ਹੈ, ਉਸ ਦੇ ਦਾਦੇ ਪੜਦਾਦੇ ਔਰ ਪਿਤਾ ਦੀ ਸਿਫਤ ਕੀਤੀ ਜਾਂਦੀ ਹੈ, ਅਤੇ ਮਾਂ ਆਪਣੇ ਪੁੱਤਰ ਤੋਂ ਬਲਿਹਾਰੀ ਜਾਂਦੀ ਹੈ, ਭੈਣਾਂ ਵੀ ਆਪਣੇ ਭਰਾ ਤੋਂ ਬਲਿਹਾਰੀ ਜਾਂਦੀਆਂ ਨੇ। ਅਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਘੋੜੀਆਂ ਦੇ ਵਿੱਚ ਆਪਣਾਪਨ ਔਰ ਭਰਾ ਦੀ ਜਿਹੜੀ ਹੈ ਵਿਆਹ ਦੀ ਖੁਸ਼ੀ ਦੇ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ। ਅਤੇ ਬੜੇ ਹੀ ਚਾਅ ਦੇ ਨਾਲ ਜਿਹੜੀਆਂ ਆ ਆਂਢਣਾ ਗੁਆਂਢਣਾ ਔਰ ਸਕੇ ਸੰਬੰਧੀ ਜੋ ਵੀ ਰਿਸ਼ਤੇਦਾਰ ਹੁੰਦੇ ਨੇ ਇਕੱਠੇ ਹੁੰਦੇ ਨੇ ਅਤੇ ਘੋੜੀਆਂ ਗਾਈਆਂ ਜਾਂਦੀਆਂ ਨੇ। ਅਤੇ ਅੱਜ ਅਸੀਂ ਕਰਾਂਗੇ ਘੋੜੀਆਂ। ਅਤੇ ਸਾਡੇ ਕੋਲ ਪਹਿਲੀ ਜਿਹੜੀ ਘੋੜੀ ਹੈ ਉਹ ਹੈ ਹਰਿਆਣੀ ਮਾਲਣ। ਹਰਿਆਣੀ ਮਾਲਣ ਦੇ ਵਿੱਚ ਵੇਖੋ ਕੀ ਕੀ ਕਿਹਾ ਜਾਂਦਾ ਹੈ। ਤੁਸੀਂ ਇਸ ਘੋੜੀ ਨੂੰ ਸੁਣਿਆ ਅਤੇ ਇਸ ਘੋੜੀ ਦੇ ਵਿੱਚ ਕੀ ਕਿਹਾ ਗਿਆ? ਹਰਿਆਣੀ ਮਾਲਣ ਹਰਿਆਣੀ ਭੈਣੇ। ਮਤਲਬ ਇਸ ਘੋੜੀ ਦੇ ਵਿੱਚ ਜਿਹੜੀ ਮਾਂ ਹੈ ਉਹ ਮਾਲਣ ਨੂੰ ਔਰ ਆਪਣੀਆਂ ਜਿਹੜੀਆਂ ਸਹੇਲੀਆਂ ਆ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਜਿਹੜਾ ਉਸਦਾ ਮੁੰਡਾ ਆ ਵਿਆਹ ਵਾਲਾ ਇਹ ਬਹੁਤ ਹੀ ਭਾਗਾ ਭਰਿਆ ਹੈ ਕਿ ਜਿਸ ਦਿਨ ਇਹ ਜਨਮਿਆ ਸੀਗਾ ਉਸ ਦਿਨ ਉਸਦੇ ਘਰ ਦੇ ਵਿੱਚ ਖੁਸ਼ੀਆਂ ਜਿਹੜਾ ਹੈ ਭਰ ਗਈਆਂ ਸਨ। ਅਤੇ ਜਦੋਂ ਇਹ ਜੰਮਿਆ ਸੀ ਤਾਂ ਇਸ ਨੂੰ ਪੱਟ ਲਪੇਟਿਆ ਸੀ। ਪੱਟ ਮਤਲਬ ਰੇਸ਼ਮ ਦੇ ਕੱਪੜੇ ਦੇ ਵਿੱਚ ਲਪੇਟਿਆ ਸੀ। ਅਤੇ ਇਸ ਨੂੰ ਜਿਹੜੀਆਂ ਮਾਈਆਂ ਸੀਗੀਆਂ ਉਹਨਾਂ ਨੇ ਕੁੱਛੜ ਚੁੱਕਿਆ ਸੀਗਾ ਅਤੇ ਇਹਨੂੰ ਨਲਾ ਕੇ ਇਹਨੂੰ ਸੋਹਣਾ ਬਣਾ ਕੇ ਇਸ ਨੂੰ ਰੇਸ਼ਮ ਦੇ ਕੱਪੜੇ ਵਿੱਚ ਲਪੇਟ ਕੇ ਇਸ ਦੀਆਂ ਭੈਣਾਂ ਨੇ ਇਸ ਨੂੰ ਕੁੱਛੜ ਚੁੱਕਿਆ ਸੀ। ਕੁੱਛੜ ਮਤਲਬ ਗੋਦੀ ਵਿੱਚ ਚੁੱਕਿਆ ਸੀ। ਅਤੇ ਕੀ ਕੁਝ ਮਿਲਿਆ ਸੀ ਕਹਿੰਦੇ ਉਸ ਵੇਲੇ ਜਦੋਂ ਇਹ ਜੰਮਿਆ ਸੀ ਕਿ ਇਸ ਨੂੰ ਕੀ ਦਿੱਤਾ ਸੀ? ਦਾਈਆਂ ਨੂੰ ਕੀ ਦਿੱਤਾ ਗਿਆ ਸੀ ਅਤੇ ਮਾਈਆਂ ਨੂੰ ਕੀ ਦਿੱਤਾ ਗਿਆ? ਕਹਿੰਦੇ ਉਸ ਵੇਲੇ ਜਦੋਂ ਇਹ ਜਨਮਿਆ ਸੀ ਅਤੇ ਦਾਈਆਂ ਨੂੰ ਜਿਹੜੇ ਨੇ 5-5 ਰੁਪਏ ਦਿੱਤੇ ਗਏ ਸੀਗੇ ਅਤੇ ਮਾਈਆਂ ਨੂੰ 20 ਪੈਸੇ ਦਿੱਤੇ ਗਏ ਸਨ। ਅਤੇ ਜਿਹੜੀਆਂ ਸਕੀਆਂ ਭੈਣਾਂ ਸਨ ਉਹਨਾਂ ਨੂੰ ਪੱਟ ਦਾ ਤੇਵਰ ਮਤਲਬ 3 ਕੱਪੜੇ ਦਿੱਤੇ ਗਏ ਸੀਗੇ। ਪੁੱਛਦੀ ਮਾਲਣ ਆਈ। ਇਹਦੇ ਵਿੱਚ ਕੀ ਦੱਸਿਆ ਆ? ਇਹਦੇ ਵਿੱਚ ਕਹਿੰਦੇ ਆ ਕਿ ਜਿਹੜੀ ਮਾਲਣ ਹੈ ਉਹ ਵਿਆਹ ਵਾਲਾ ਘਰ ਪੁੱਛਦੀ ਤੁਰੀ ਹੋਈ ਹੈ ਗਲੀ ਦੇ ਵਿੱਚ ਅਤੇ ਪੁੱਛਦੀ ਹੈ ਕਿ ਵਿਆਹ ਵਾਲਾ ਘਰ ਕਿੱਥੇ ਹੈ। ਤਾਂ ਉਸ ਨੂੰ ਦੱਸਦੇ ਨੇ ਕਿ ਜਿਹੜਾ ਉੱਚੇ ਤੰਬੂ ਲੱਗੇ ਹੋਏ ਨੇ, ਸਬਜ਼ ਕਨਾਤਾਂ ਮਤਲਬ ਹਰੀਆਂ ਜਿਹੜੀਆਂ ਕਨਾਤਾਂ ਲੱਗੀਆਂ ਹੋਈਆਂ ਨੇ ਅਤੇ ਵਿਆਹ ਵਾਲਾ ਘਰ ਇਹੀ ਹੈ।
ਤਾਂ ਮੁੰਡੇ ਦੀ ਮਾਂ ਜਿਹੜੀ ਹੈ ਮਾਲਣ ਨੂੰ ਬਿਠਾਉਂਦੀ ਹੈ ਦਹਲੀਜ਼ ਦੇ ਵਿੱਚ ਤੇ ਉਸ ਨੂੰ ਸਿਹਰੇ ਦਾ ਮੁੱਲ ਕਰਨ ਦੇ ਲਈ ਕਹਿੰਦੀ ਹੈ। ਤੇ ਜਿਹੜੀ ਮਾਲਣ ਹੈ ਉਹ ਕਹਿੰਦੀ ਹੈ ਕਿ ਉਸਨੇ ਸਿਹਰੇ ਦੇ ਵਿੱਚ 1 ਲੱਖ ਜਿਹੜੇ ਚੰਬੇ ਅਤੇ 1 ਲੱਖ ਚੰਬੇ ਦੇ ਫੁੱਲ ਅਤੇ 2 ਲੱਖ ਮਰੂਏ ਦੇ ਫੁੱਲ ਲਗਾਏ ਨੇ, ਇਸ ਕਰਕੇ ਇਸ ਦਾ ਮੁੱਲ 3 ਲੱਖ ਮਤਲਬ 3 ਲੱਖ ਰੁਪਏ ਹੈ। ਲੈ ਮੇਰੀ ਮਾਲਣ ਕਹਿੰਦੀ ਬੰਨ ਨਹੀਂ ਸਿਹਰਾ, ਤੇ ਮੁੰਡੇ ਦੀ ਜਿਹੜੀ ਮਾਂ ਆ ਉਹ ਉਸ ਨੂੰ ਕਹਿੰਦੀ ਹੈ ਕਿ ਹੇ ਮਾਲਣ ਲੈ, ਕਹਿੰਦੀ ਮੇਰੇ ਪੁੱਤ ਦੇ ਸਿਹਰਾ ਬੰਨ ਤੇ ਇਸ ਦੇ ਮੱਥੇ ਤੇ ਜਿਹੜਾ ਸਿਹਰਾ ਸੋਹੇਗਾ ਸੋਹਣਾ ਲੱਗੇਗਾ। ਹਰਿਆ ਨੀ ਮਾਲਣ ਹਰਿਆ ਨੀ ਭੈਣੇ ਹਰਿਆ ਨੀ ਭਾਗੀ ਭਰਿਆ, ਕਿ ਮਾਂ ਕਹਿੰਦੀ ਹੈ ਕਿ ਮੇਰਾ ਪੁੱਤਰ ਜਿਹੜਾ ਆ ਉਹ ਭਾਗਾਂ ਭਰਿਆ ਹੈ, ਜਿਹੜਾ ਵਿਆਹ ਵਾਲਾ ਮੁੰਡਾ ਹੈ ਉਹ ਭਾਗਾਂ ਭਰਿਆ ਹੈ, ਤੇ ਜਿੱਦਣ ਦਾ ਉਸਦਾ ਜਨਮ ਹੋਇਆ ਹੈ ਉਦਣ ਤੋਂ ਹੀ ਉਸਨੇ ਮੇਰੇ ਘਰ ਨੂੰ ਭਾਗ ਲਾ ਦਿੱਤੇ ਨੇ। ਤੇ ਅਗਲੀ ਜਿਹੜੀ ਸਾਡੀ ਘੋੜੀ ਹੈ ਉਹ ਹੈ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਜਿਵੇਂ ਕਿ ਤੁਸੀਂ ਹੁਣ ਇਹ ਆਡੀਓ ਸੁਣੀ ਹੈ, ਇਹਦੇ ਵਿੱਚ ਤੁਸੀਂ ਵੇਖਿਆ ਹੈ ਕਿ ਕਿਆ ਘੋੜੀ ਦੇ ਵਿੱਚ ਕਿਹਾ ਗਿਆ ਕਿ ਮਾਂ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਇਸ ਘੋੜੀ ਦੇ ਵਿੱਚ ਮਾਂ ਆਪਣੀਆਂ ਸਹੇਲੀਆਂ ਦੇ ਨਾਲ ਗਾਉਂਦੀ ਹੋਈ ਆਪਣੇ ਪੁੱਤਰ ਨੂੰ ਸੰਬੋਧਨ ਕਰਦੀ ਹੈ ਕਿ ਮੇਰੇ ਸੋਹਣਿਆ ਪੁੱਤਰਾ, ਮੇਰੇ ਸੁਨੱਖਿਆ ਪੁੱਤਰਾ। ਤੇ ਇੱਕਦਮ ਜਿਹੜਾ ਜਵਾਨ ਪੁੱਤਰ ਨੂੰ ਉਹ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਜਿਹੜੀ ਤੇਰੀ ਘੋੜੀ ਹੈ ਉਹ ਬਹੁਤ ਸੋਹਣੀ ਹੈ, ਤੇ ਤੇਰੀ ਜਿਹੜੀ ਘੋੜੀ ਹੈ ਉਹ ਕਾਠੀਆਂ ਦੇ ਨਾਲ ਸੋਹਣੀ ਲੱਗਦੀ ਹੈ। ਸੋਹਣੀ ਮਤਲਬ ਸੋਹਣੀ, ਸੋਹਣ ਦੀ ਕੇ ਲਿਖਿਆ ਹੋਇਆ ਨਾ ਉਹਨਾਂ ਨੇ, ਸੋਹਣ ਦੀ ਮਤਲਬ ਸੋਹਣੀ ਲੱਗਦੀ ਹੈ। ਤੇ ਜਿਹੜੀ ਕਾਠੀ ਹੈ ਉਹ 1,500 ਦੀ ਹੈ ਕਿ ਮੈਂ ਬਲਿਹਾਰੇ ਜਾਂਦੀ ਹਾਂ ਮਾਂ ਦਿਆ ਸੁਰਜਣਾ, ਕਿ ਜਿਹੜੀ ਤੇਰੀ ਮਾਂ ਹੈ ਉਹ ਆਪਣੇ ਪੁੱਤਰ ਨੂੰ ਕਹਿ ਰਹੀ ਹੈ ਕਿ ਤੇਰੀ ਮਾਂ ਤੇਰੇ ਤੋਂ ਕੁਰਬਾਨ ਜਾਂਦੀ ਹੈ। ਤੇ ਅੱਗੇ ਉਹ ਕਹਿੰਦੀ ਹੈ ਕਿ ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਤੇ ਉਹ ਕੀ ਕਹਿੰਦੀ ਹੈ ਕਿ ਤੁਸੀਂ ਬਾਗਾਂ ਦੇ ਵਿੱਚ ਵਿੱਚ ਆਇਓ, ਢੋਲ ਨਗਾਰੇ, ਚੋਟ ਨਗਾਰੇ ਮਤਲਬ ਢੋਲ ਨਗਾਰੇ ਵਜਾਉਂਦੇ ਹੋਏ ਆਇਓ, ਤੇ ਇੱਥੇ ਖਾਣਾ ਖਾ ਕੇ ਫਿਰ ਤੁਸੀਂ ਇੱਥੋਂ ਜਾਣਾ ਹੈ। ਤੇ ਖਾਣਾ ਤੁਸੀਂ ਕਿਹਨਾਂ ਦੇ ਨਾਲ ਖਾਣਾ ਹੈ? ਰਾਜਿਆਂ ਦੇ। ਕਹਿਣ ਦਾ ਮਤਲਬ ਹੈ ਕਿ ਤੁਸੀਂ ਬੜੇ ਲੋਕਾਂ ਦੇ, ਅਮੀਰ ਲੋਕਾਂ ਦੇ ਘਰੇ ਜਾਣਾ ਹੈ, ਉੱਥੇ ਜਾ ਕੇ ਖਾਣਾ ਖਾਣਾ ਹੈ। ਤੇ ਫਿਰ ਉਹ ਕਹਿੰਦੀ ਹੈ ਕਿ ਜਿਹੜੀ ਤੇਰੀ ਮਾਂ ਆ ਉਹ ਤੇਰੇ ਤੋਂ ਕੁਰਬਾਨ ਜਾਂਦੀ ਹੈ। ਛੈਲ ਨਵਾਬਾਂ ਦੇ ਘਰ ਟੁੱਕਣਾ, ਠੀਕ ਹੈ। ਉਹਦੇ ਵਿੱਚ ਅਗਲੇ ਪੈਰੇ ਦੇ ਵਿੱਚ ਉਹ ਕਹਿ ਰਹੀ ਹੈ ਕਿ ਤੁਸੀਂ ਜਿਹੜਾ ਹੈ ਨਵਾਬਾਂ ਦੇ ਘਰ ਜਾਣਾ ਹੈ, ਤੇ ਤੁਹਾਡਾ ਜਿਹੜਾ ਉੱਠਣਾ ਬੈਠਣਾ ਆ ਅਮੀਰ ਸਰਦਾਰਾਂ ਦੇ ਨਾਲ ਹੈ। ਇਸ ਕਰਕੇ ਮਾਂ ਜਿਹੜੀ ਆਪਣੇ ਪੁੱਤਰ ਤੋਂ ਬਲਿਹਾਰੀ ਜਾਂਦੀ ਹੈ, ਆਪਣੇ ਸੋਹਣੇ ਸੁਨੱਖੇ ਪੁੱਤਰ ਤੋਂ ਬਲਿਹਾਰੀ ਜਾਂਦੀ ਹੈ। ਚੀਰਾ ਤੇਰਾ ਵੇ ਮੱਲਾ ਸੋਹਣਿਆ, ਚੀਰਾ ਜਿਹੜੀ ਉਹਨੇ ਪੱਗ ਬੰਨੀ ਹੋਈ ਹੈ ਵਿਆਹ ਵਾਲੇ ਮੁੰਡੇ ਨੂੰ, ਉਸਨੂੰ ਚੀਰਾ ਕਿਹਾ ਜਾਂਦਾ ਹੈ ਕਿ ਜਿਹੜਾ ਤੇਰਾ ਚੀਰਾ ਆ ਬਹੁਤ ਸੋਹਣਾ ਹੈ। ਤੇ ਇਹ ਜਿਹੜਾ ਸੋਹਣਾ ਚੀਰਾ ਹੈ ਕਲਗੀਆਂ ਦੇ ਨਾਲ ਹੋਰ ਵੀ ਸੋਹਣਾ ਲੱਗਦਾ ਹੈ। ਕਲਗੀ 1.5 ਤੇ 1000, ਕਿ ਜਿਹੜੀ ਕਲਗੀ ਇਹਦੇ ਉੱਤੇ ਲੱਗੀ ਹੋਈ ਹੈ ਉਹ 1.500 ਦੀ ਹੈ। ਇਸ ਕਰਕੇ ਮਾਂ ਜਿਹੜੀ ਹੈ ਆਪਣੇ ਪੁੱਤਰ ਤੋਂ ਬਲਿਹਾਰੇ ਜਾਂਦੀ ਹੈ। ਕੈਂਠਾ ਤੇਰਾ ਵੇ ਸੋਹਣਾ, ਸੋਹਣਾ ਸੌਂਦਾ ਜੁਗਨੀਆਂ ਦੇ ਨਾਲ, ਕਿ ਜਿਹੜਾ ਤੇਰਾ ਕੈਂਠਾ ਹੈ, ਕੈਂਠਾ ਗਲ ਦੇ ਵਿੱਚ ਪਾਉਣ ਵਾਲਾ ਇੱਕ ਜਿਹੜਾ ਗਹਿਣਾ ਹੁੰਦਾ ਹੈ, ਕਿ ਉਹ ਬਹੁਤ ਸੋਹਣਾ ਹੈ ਪੁੱਤਰ, ਤੇ ਇਹ ਜੁਗਨੀਆਂ ਦੇ ਨਾਲ ਜਿਹੜਾ ਆ ਹੋਰ ਵੀ ਸੋਹਣਾ ਲੱਗਦਾ ਹੈ। ਇਸ ਕਰਕੇ ਇਹ ਜਿਹੜੀਆਂ ਜੁਗਨੀਆਂ ਆ ਇਹ 1.500 ਚਾਹੇ ਇਹਨਾਂ ਦਾ ਮੁੱਲ ਹੈ, ਪਰ ਮਾਂ ਜਿਹੜੀ ਹੈ ਉਹ ਬਲਿਹਾਰੇ ਜਾਂਦੀ ਹੈ ਤੇਰੇ ਤੋਂ।
ਮਾਂ ਕਹਿੰਦੀ ਹੈ ਕਿ ਜਾਮਾ ਤੇਰਾ ਵੇ ਮੱਲਾ ਸੋਹਣਾ, ਸੋਹਣਾ ਸੋਹੰਦਾ ਤਣੀਆਂ ਦੇ ਨਾਲ, ਤਣੀਆਂ 1.5 ਤੇ 1000। ਕਿ ਮਾਂ ਕਹਿੰਦੀ ਹੈ ਕਿ ਪੁੱਤਰ ਜਿਹੜਾ ਤੂੰ ਜਾਮਾ ਪਾਇਆ, ਜਾਮਾ ਮਤਲਬ ਜੋ ਵੀ ਉਹਨੇ ਪਹਿਰਾਵਾ ਪਾਇਆ, ਚਾਹੇ ਸ਼ੇਰਵਾਨੀ ਹੈ, ਜਿਵੇਂ ਅੱਜ ਕੱਲ੍ਹ ਕੋਟ ਪੈਂਟ ਵੀ ਚੱਲਦੇ ਆ, ਕਿ ਉਹ ਬਹੁਤ ਹੀ ਸੋਹਣਾ ਹੈ ਤੇ ਤਣੀਆਂ ਦੇ ਨਾਲ ਤਾਂ ਉਹ ਹੋਰ ਵੀ ਸੋਹਣਾ ਲੱਗਦਾ ਹੈ। ਤੇ ਜਿਹੜੇ ਤਣੀਆਂ ਆ ਉਹਨਾਂ ਦਾ ਮੁੱਲ 1.5 ਹੈ। ਪਰ ਜਿਹੜੀ ਮਾਂ ਆ ਉਹ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਤੋਂ ਬਲਿਹਾਰੇ ਜਾਂਦੀ ਹਾਂ। ਆਪਣੇ ਜਿਹੜਾ ਸੁਰਜਣ ਪੁੱਤਰ ਮਤਲਬ ਪਿਆਰਾ ਪੁੱਤਰ ਹੈ, ਸੋਹਣਾ ਸੁਨੱਖਾ ਪੁੱਤਰ ਹੈ, ਗੱਠੇ ਹੋਏ ਸਰੀਰ ਵਾਲਾ ਪੁੱਤਰ ਹੈ, ਉਸ ਤੋਂ ਬਲਿਹਾਰੇ ਜਾਂਦੀ ਹੈ। ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਧੀ ਸਰਦਾਰਾਂ ਦੀ ਵਿਆਹ ਲਿਆਇਓ, ਛੈਲ ਨਵਾਬਾਂ ਦੇ ਘਰ ਟੁੱਕਣਾ। ਕਿ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਬਾਗਾਂ ਦੇ ਵਿੱਚ ਆਇਓ ਤੇ ਚੋਟ ਜਿਹੜੀਆਂ ਨਗਾਰਿਆਂ ਤੇ ਲਾਉਂਦੇ ਹੋਏ ਆਇਓ, ਤੇ ਰਾਜਿਆਂ ਮਹਾਰਾਜਿਆਂ ਦੇ ਨਾਲ ਤੁਸੀਂ ਖਾਣਾ ਖਾਇਓ, ਤੇ ਸਰਦਾਰਾਂ ਦੀ ਧੀ ਨੂੰ ਵਿਆਹ ਕੇ ਇੱਥੇ ਲੈ ਕੇ ਆਇਓ। ਸ਼ੈਲ ਮਤਲਬ ਸ਼ੈਲ ਨਵਾਬਾਂ ਦੇ ਘਰ ਟੁੱਕਣਾ। ਸ਼ੈਲ ਹੁੰਦੇ ਆ ਜਵਾਨ, ਜਿਹੜੇ ਸੁੰਦਰ ਸੋਹਣੇ ਸੁਨੱਖੇ ਨੌਜਵਾਨ ਨੂੰ ਸ਼ੈਲ ਕਿਹਾ ਜਾਂਦਾ ਹੈ। ਕਿ ਤੁਸੀਂ ਸਰਦਾਰਾਂ ਦੀ ਧੀ ਨੂੰ ਵਿਆਹ ਕੇ ਇੱਥੇ ਘਰ ਟੁੱਕਣਾ ਹੈ। ਤੇ ਇਸ ਤਰ੍ਹਾਂ ਇਹਨਾਂ ਦੇ ਵਿੱਚ ਜਿਹੜਾ ਹੈ ਇੱਕ ਮਾਂ ਦੇ ਮਨੋਭਾਵ ਦਿੱਤੇ ਗਏ ਨੇ ਕਿ ਮਾਂ ਆਪਣੇ ਪੁੱਤਰ ਦੇ ਲਈ ਕਿਵੇਂ ਆਪਣੇ ਜਿਹੜੇ ਮਨੋਭਾਵ ਹੈ ਪ੍ਰਗਟ ਕਰਦੀ ਹੈ। ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਇਹ ਘੋੜੀਆਂ ਜਿਹੜੀਆਂ ਹੁਣ ਆਪਾਂ ਕੀਤੀਆਂ ਅੱਜ ਵਧੀਆ ਲੱਗੀਆਂ ਹੋਣਗੀਆਂ। ਤੇ ਘੋੜੀਆਂ ਜਿਹੜੀਆਂ ਨੇ ਜ਼ਿਆਦਾ ਆ, ਇਸ ਕਰਕੇ ਅਸੀਂ ਇੱਕ ਵੀਡੀਓ ਦੇ ਵਿੱਚ ਇਹਨਾਂ ਨੂੰ ਖ਼ਤਮ ਨਹੀਂ ਕਰ ਸਕਦੇ। ਤੇ ਅਸੀਂ ਜਿਹੜੀ ਹੈ ਜਿਹੜੇ ਬਾਕੀ ਰਹਿੰਦੀਆਂ ਨੇ ਘੋੜੀਆਂ ਉਹ ਅਸੀਂ ਅਗਲੇ ਪਾਰਟ ਦੇ ਵਿੱਚ ਲੈ ਕੇ ਆਵਾਂਗੇ। ਤੇ ਅੱਜ ਦੇ ਲਈ ਅਸੀਂ ਸਿਰਫ ਇਹ ਹੀ ਜਿਹੜਾ ਆ ਕੰਪਲੀਟ ਕੀਤਾ ਹੈ। ਤੇ ਜ਼ਰੂਰ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦਿਓ, ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ।